ਲੜੀਵਾਰ ਕਥਾ ਰਾਮ ਕਲੀ ਰਾਗ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਬਚਨ ਹਨ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ, ਕਾਵਣ ਬੁਝੈ ਵਿਦ ਜਾਣੈ। ਰਾਮ ਕਲੀ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਵਿੱਤਰ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ। ਵਿਚਾਰ ਗੋਚਰੀ ਦ੍ਰਿਸ਼ਟੀ ਨਾਲ ਵੇਖੀਏ ਤੇ ਵਿਸ਼ਾਲ ਰੂਪ ਵਿੱਚ ਹੈ ਸਮੁੰਦਰ। ਸਮੁੰਦਰ ਦਾ ਸਾਗਰ ਦਾ ਰੂਪ ਵਿਸ਼ਾਲ ਹੈ ਨਾ, ਉਹਦੇ ਵਿੱਚ ਹੀ ਪਾਣੀ ਦੀਆਂ ਬੂੰਦਾਂ ਨੇ। ਪਰ ਜਦੋਂ ਬਿਲਕੁਲ ਛੋਟੇ ਰੂਪ ਵਿੱਚ ਵੇਖਾਂਗੇ ਤਾਂ ਬੂੰਦ ਛੋਟੀ ਹੈ, ਸਾਗਰ ਵੱਡਾ ਹੈ। ਪਰ ਜੇ ਵਿੱਚ ਵੇਖਾਂਗੇ ਤਾਂ ਬੂੰਦ ਵਿੱਚ ਵੀ ਤਾਂ ਉਹੀ ਪਾਣੀ ਹੈ ਜਿਹੜਾ ਸਾਗਰ ਵਿੱਚ ਹੈ। ਫਰਕ ਤਾਂ ਕੋਈ ਨਹੀਂ, ਪਾਣੀ ਵਿੱਚ ਤਾਂ ਫਰਕ ਕੋਈ ਨਹੀਂ ਨਾ। ਹਾਂ, ਆਕਾਰ ਵਿੱਚ ਬਾਹਰੋਂ ਫਰਕ ਦਿਸ ਰਿਹਾ ਵੀ ਉਹ ਬੂੰਦ ਆ ਤੇ ਉਹ ਸਾਗਰ ਹੈ, ਪਰ ਅਸਲ ਵਿੱਚ ਜਿਹੜਾ ਪਾਣੀ ਸਾਗਰ ਵਿੱਚ ਹੈ ਉਹੀ ਬੂੰਦ ਵਿੱਚ ਹੈ ਨਾ। ਬਸ ਇਹੀ ਖੇਡ ਹੈ। ਅਸੀਂ ਜਿਤਨੇ ਜੀਵ ਹਾਂ ਅਸੀਂ ਹਾਂ ਬੂੰਦਾਂ ਦੇ ਸਮਾਨ, ਤੇ ਪਾਰ ਬ੍ਰਹਮ ਪਰਮੇਸ਼ਵਰ ਉਹ ਹੈ ਸਾਗਰ ਦੇ ਸਮਾਨ। ਪਰ ਜਿਹੜੀ ਚੇਤਨਾ ਉਸ ਪਾਰ ਬ੍ਰਹਮ ਪਰਮੇਸ਼ਰ ਵਿੱਚ ਹੈ ਉਹੀ ਚੇਤਨਾ ਸਾਡੇ ਸਾਰੇ ਜੀਵਾਂ ਵਿੱਚ ਵੀ ਹੈ। ਚੇਤਨਾ ਵਿੱਚ ਤਾਂ ਫਰਕ ਨਹੀਂ ਨਾ ਹੈ। ਬਾਹਰਲੀਆਂ ਉਪਾਧੀਆਂ ਕਰਕੇ ਭੇਦ ਹੈ ਵੀ ਇਹ ਜੀਵ ਹੈ ਤੇ ਉਹ ਈਸ਼ਵਰ ਹੈ। ਪਰ ਜੇ ਉਪਾਧੀਆਂ ਖਤਮ ਕਰ ਦਿੱਤੀਆਂ ਜਾਣ, ਕੇਵਲ ਚੇਤਨਾ ਵੇਖੀ ਜਾਵੇ ਤੇ ਜਿਹੜੀ ਚੇਤਨਾ ਜੀਵ ਵਿੱਚ ਹੈ ਉਹੀ ਈਸ਼ਵਰ ਵਿੱਚ ਹੈ। ਜਾਂ ਇਦਾਂ ਕਹਿ ਲਈਏ ਈਸ਼ਵਰ ਦੀ ਚੇਤਨਾ ਹੀ ਜੀਵ ਵਿੱਚ ਵਿਆਪਕ ਹੈ। ਸਮੁੰਦਰ ਦਾ ਹੀ ਪਾਣੀ ਬੂੰਦ ਵਿੱਚ ਹੈ। ਇਹਦੇ ਲਈ ਇੱਕ ਹੋਰ ਉਦਾਹਰਣ। ਮੰਨ ਲਓ ਕੋਈ ਸੱਜਣ ਅੱਜ ਤੋਂ 5-7 ਸਾਲ ਪਹਿਲਾਂ ਸਾਨੂੰ ਮਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ। ਜਦੋਂ ਮਿਲਿਆ ਉਦੋਂ ਉਹਦਾ ਦਾੜਾ ਕਾਲਾ ਸੀ। ਉਦੋਂ ਸਿਆਲਾਂ ਦੇ ਦਿਨ ਸੀ ਤੇ ਕੱਪੜੇ ਪਾਏ ਸਨ ਮੋਟੇ। ਅੱਜ 10 ਸਾਲਾਂ ਬਾਅਦ ਉਹ ਸਾਨੂੰ ਪਟਿਆਲੇ ਮਿਲਿਆ। ਉਦੋਂ ਮੌਸਮ ਸਿਆਲ ਦਾ ਸੀ, ਅੱਜ ਗਰਮੀ ਵਿੱਚ ਮਿਲਿਆ। ਉਦੋਂ ਕੱਪੜੇ ਮੋਟੇ ਪਾਏ ਸੀ, ਅੱਜ ਪਤਲੇ ਕੱਪੜੇ ਗਰਮੀਆਂ ਵਾਲੇ ਪਾਏ ਨੇ। ਉਦੋਂ ਦਾੜਾ ਇਹਦਾ ਕਾਲਾ ਸੀ, ਹੁਣ ਚਿੱਟਾ ਹੋ ਗਿਆ। ਤੇ ਆਪਾਂ ਕੀ ਕਵਾਂਗੇ ਵੀ ਇਹ ਬੰਦਾ ਉਹ ਨਹੀਂ ਹੈ? ਆਪਾਂ ਕਹਿੰਦੇ ਆ ਇਹ ਬੰਦਾ ਉਹੀ ਹੈ ਜਿਹੜਾ 10 ਸਾਲ ਪਹਿਲਾਂ ਆਪਾਂ ਅੰਮ੍ਰਿਤਸਰ ਸਾਹਿਬ ਵੇਖਿਆ ਸੀ। ਜੇ ਸਥਾਨ ਦਾ ਭੇਦ ਵੇਖੋ ਵੀ ਉਹ ਅੰਮ੍ਰਿਤਸਰ ਸਾਹਿਬ ਹੈ, ਇਹ ਪਟਿਆਲਾ, ਭੇਦ ਨਜ਼ਰ ਆਵੇਗਾ, ਫਰਕ ਹੈ। ਜੇ ਮੌਸਮ ਵੇਖੋਗੇ ਤਾਂ ਮੌਸਮ ਵਿੱਚ ਵੀ ਫਰਕ ਹੈ, ਉਦੋਂ ਸਿਆਲ ਸੀ ਹੁਣ ਗਰਮੀਆਂ ਨੇ। ਜੇ ਕੱਪੜਿਆਂ ਦਾ ਵੇਖੋਗੇ ਕੱਪੜਿਆਂ ਦਾ ਵੀ ਭੇਦ ਹੈ, ਪਰ ਬੰਦਾ ਤਾਂ ਉਹੀ ਹੈ ਨਾ, ਮਨੁੱਖ ਤਾਂ ਉਹੀ ਹੈ ਨਾ। ਇਹ ਉਦਾਹਰਣ ਹੈ। ਜੇ ਜੀਵ ਨੂੰ ਵੇਖੋ ਤੇ ਜੀਵ ਹੈ ਅਲਪੱਗ, ਈਸ਼ਵਰ ਨੂੰ ਵੇਖੋ ਤੇ ਈਸ਼ਵਰ ਹੈ ਸਰਬੱਗ। ਭੇਦ ਹੋ ਗਿਆ ਨਾ ਦੋਨਾਂ 'ਚ। ਜੇ ਜੀਵ ਨੂੰ ਵੇਖੋ ਤੇ ਜੀਵ ਰਹਿੰਦਾ ਇੱਕ ਸਮੇਂ 'ਚ ਇੱਕ ਜਗ੍ਹਾ ਤੇ। ਆਪਾਂ ਇਸ ਵੇਲੇ ਇੱਥੇ ਬੈਠੇ ਆ ਤੇ ਇੱਥੇ ਹੀ ਆ, ਇੱਕ ਦੇਸੀ ਆ ਨਾ। ਇੱਕ ਵੇਲੇ 'ਚ ਇੱਕ ਜਗ੍ਹਾ ਤੇ ਸਾਡਾ ਸਰੀਰ ਰਹਿ ਸਕਦਾ। ਜੇ ਈਸ਼ਵਰ ਨੂੰ ਵੇਖੋ ਤੇ ਈਸ਼ਵਰ ਸਰਬ ਥਾਵਾਂ ਤੇ ਹੈ, ਉਹ ਸਰਬ ਜਗ੍ਹਾਵਾਂ ਤੇ ਰਹਿੰਦਾ।
ਜੇ ਅਸੀਂ ਆਪਣੇ ਵੱਲ ਵੇਖੀਏ ਤੇ ਜੀਵ ਹੈ ਤੁੱਛ, ਇਹ ਜੰਮਦਾ ਮਰਦਾ ਹੈ, ਇਹਦੇ ਸਰੀਰ ਦੇ ਵਿੱਚ ਵਾਧਾ ਹੁੰਦਾ, ਕਦੇ ਘਟਦਾ, ਤਬਦੀਲ ਹੁੰਦਾ ਰਹਿੰਦਾ ਹੈ। ਜੇ ਈਸ਼ਵਰ ਨੂੰ ਵੇਖੋ ਤੇ ਈਸ਼ਵਰ ਵਿੱਚ ਇਹ ਸਭ ਕੁਝ ਨਹੀਂ ਹੈ, ਉਹ ਜੰਮਦਾ ਮਰਦਾ ਵੀ ਨਹੀਂ ਹੈ। ਇਹਨਾਂ ਚੀਜ਼ਾਂ ਦੇ ਭੇਦ ਕਰਕੇ ਵੇਖਾਂਗੇ ਤੇ ਫਿਰ ਵੱਖਰੇਵਾਂ ਹੈ। ਪਰ ਜੇ ਵੇਖਾਂਗੇ ਆਤਮਾ ਦੀ ਚੇਤਨਾ ਨੂੰ ਕਿ ਜਿਹੜੀ ਚੇਤਨਾ ਈਸ਼ਵਰ ਵਿੱਚ ਹੈ ਬ੍ਰਹਮ ਦੀ, ਉਹੀ ਚੇਤਨਾ ਜੀਵ ਦੇ ਵਿੱਚ ਹੈ, ਫਿਰ ਉਦੋਂ ਸਾਰਾ ਭੇਦ ਖਤਮ ਹੋ ਜਾਂਦਾ, ਉਦੋਂ ਸਾਰਾ ਭੇਦ ਖਤਮ ਹੋ ਜਾਂਦਾ। ਜੀਵ ਦਾ ਅਲਪੱਗਪੁਣਾ ਛੱਡ ਦਿਓ, ਈਸ਼ਵਰ ਦਾ ਸਰਬੱਗਪੁਣਾ ਛੱਡ ਦਿਓ, ਜੀਵ ਦਾ ਇੱਕ ਦੇਸ਼ੀਪੁਣਾ ਛੱਡ ਦਿਓ, ਈਸ਼ਵਰ ਦਾ ਸਰਬ ਵਿਆਪਕਪੁਣਾ ਛੱਡ ਦਿਓ, ਪਿੱਛੇ ਜੋ ਰਹਿ ਜਾਏਗਾ ਚੇਤਨਾ ਤਾਂ ਇੱਕੋ ਹੀ ਰਹਿ ਜਾਏਗੀ ਨਾ ਆਤਮਾ ਦੀ, ਉਹ ਸਭ ਵਿੱਚ ਇੱਕੋ ਹੀ ਹੈ। ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਇੱਥੇ ਉਹਦਾ ਜ਼ਿਕਰ ਕਰ ਰਹੇ ਨੇ ਵੀ ਜੇ ਸਾਗਰ ਰੂਪ ਕਰਕੇ ਵੇਖੋਗੇ ਸਮੁੰਦਰ ਬੜਾ ਵੱਡਾ ਹੈ, ਤੇ ਬੂੰਦ ਕਰਕੇ ਵੇਖੋਗੇ ਤੇ ਪਾਣੀ ਦੀ ਬੂੰਦ ਨਿੱਕੀ ਜੀ ਹੈ ਸਮੁੰਦਰ ਵਿੱਚ। ਪਰ ਜੇ ਪਾਣੀ ਵੇਖੋਗੇ, ਜਿਹੜਾ ਪਾਣੀ ਸਾਗਰ ਵਿੱਚ ਹੈ ਉਹੀ ਬੂੰਦ ਵਿੱਚ ਹੈ, ਫਰਕ ਤਾਂ ਕੋਈ ਨਹੀਂ। ਇਸੇ ਤਰ੍ਹਾਂ ਜੀਵ ਔਰ ਈਸ਼ਵਰ ਦੋਨਾਂ ਵਿੱਚ ਬ੍ਰਹਮ ਦੀ ਚੇਤਨਾ ਇੱਕ ਸਮਾਨ ਹੈ। ਕਵਣ ਬੂਝੈ ਬਿਦ ਜਾਣੈ, ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਤੇ ਕੋਈ ਵਿਰਲਾ ਇਹਨੂੰ ਜਾਣਦਾ। ਇਹ ਸਾਰੀ ਵਿਧੀ ਨੂੰ ਸਭ ਨਹੀਂ ਸਮਝਦੇ, ਕੋਈ ਵਿਰਲਾ ਬੁੱਝੇਗਾ, ਕੋਈ ਵਿਰਲਾ ਇਸ ਨੂੰ ਜਾਣੇਗਾ। ਉਤ ਭੁਜ ਚਲਤ ਆਪ ਕਰ ਚੀਨੈ, ਆਪੇ ਤਤ ਪਛਾਣੈ। ਇਹ ਉਤ ਭੁਜ ਆਦਿਕ ਚਾਰ ਖਾਣੀਆਂ ਨੇ, ਅੰਡਜ ਜੇਰਗ ਸੇਤ ਜੁਤ ਭੁਜ। ਇਹ ਚੌ ਖਾਣੀਆਂ ਦਾ ਚਲਤ ਇੱਕ ਪ੍ਰਕਾਰ ਦਾ ਚਲਿੱਤਰ ਹੀ ਆ ਅਕਾਲ ਪੁਰਖ ਦਾ, ਇਹ ਚਲਤ ਹੀ ਰਚਿਆ ਇੱਕ ਪ੍ਰਕਾਰ ਦਾ। ਤੇ ਕਹਿੰਦੇ ਇਸ ਨੂੰ ਰਚ ਕੇ ਫਿਰ ਵਾਹਿਗੁਰੂ ਇਹਦੇ ਸਾਰੇ ਬਾਰੇ ਨੂੰ ਜਾਣਦਾ, ਕਰ ਚੀਨਾ ਕੱਲੀ ਕੱਲੀ ਵਸਤੂ ਨੂੰ ਜਾਣਦਾ, ਔਰ ਆਪਣੇ ਤੱਤ ਨੂੰ ਸਾਰਿਆਂ ਵਿੱਚ ਆਪ ਹੀ ਪਛਾਣਦਾ ਹੈ। ਐਸਾ ਗਿਆਨ ਵਿਚਾਰੈ ਕੋਈ। ਰਹਾਉ ਦੀਆਂ ਚ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਕਿ ਐਸੇ ਗਿਆਨ ਨੂੰ ਕੋਈ ਵਿਰਲਾ ਹੀ ਵਿਚਾਰਦਾ ਹੈ। ਐਸੇ ਗਿਆਨ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਕੋਈ ਵਿਰਲਾ ਵਿਚਾਰਦਾ ਹੈ। ਤਿਸ ਤੇ ਮੁਕਤਾ ਪਰਮਗਤ ਹੋਈ। ਜਿਹੜਾ ਐਸੇ ਗਿਆਨ ਨੂੰ ਵਿਚਾਰਦਾ ਉਹਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਮੋਕਸ਼ ਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਦਿਨ ਮਹਿ ਰੈਣ, ਰੈਣ ਮਹਿ ਦਿਨਿਆਰੋ, ਓਸਨਾ ਸੀਤ ਬਿਦ ਸੋਈ। ਕਹਿੰਦੇ ਦਿਨ ਵਿੱਚ ਰਾਤ ਛੁਪ ਜਾਂਦੀ ਹੈ ਤੇ ਰਾਤ ਵਿੱਚ ਦਿਨ ਛੁਪ ਜਾਂਦਾ ਹੈ। ਜਦੋਂ ਦਿਨ ਹੁੰਦਾ ਉਦੋਂ ਰਾਤ ਵਿੱਚ ਛੁਪ ਜਾਂਦੀ ਹੈ, ਤੇ ਜਦੋਂ ਰਾਤ ਹੁੰਦੀ ਹੈ ਉਦੋਂ ਦਿਨ ਉਸੇ ਰਾਤ ਵਿੱਚ ਛੁਪਿਆ ਹੁੰਦਾ ਹੈ। ਉਸਨ ਕਹਿੰਦੇ ਨੇ ਗਰਮੀ ਨੂੰ, ਸੀਤ ਕਹਿੰਦੇ ਨੇ ਠੰਡ ਨੂੰ। ਜਦੋਂ ਗਰਮੀ ਹੁੰਦੀ ਹੈ ਠੰਡ ਉਹਦੇ ਵਿੱਚ ਸਮਾ ਜਾਂਦੀ ਹੈ, ਜਦੋਂ ਠੰਡ ਹੋਵੇ ਤੇ ਗਰਮੀ ਉਹਦੇ 'ਚ ਸਮਾ ਜਾਂਦੀ ਹੈ। ਇਹ ਪ੍ਰਮਾਤਮਾ ਦੀ ਨਿਰੰਕਾਰ ਦੀ ਵਿਧਾਤੇ ਦੀ ਕੁਦਰਤ ਹੈ। ਇਹ ਉਹ ਕਹਿ ਸਕਦੇ ਆ ਜਦੋਂ ਸੂਰਜ ਚੜ੍ਹਦਾ ਨਾ, ਦਿਨ ਲੋ ਲੱਗ ਜਾਂਦੀ ਹੈ, ਸਾਰੇ ਪਾਸੇ ਚਾਨਣਾ। ਪਰ ਜਿਹੜੇ ਉੱਲੂ ਨੇ, ਉੱਲੂਆਂ ਵਾਸਤੇ ਉਦੋਂ ਹਨੇਰਾ ਪੈ ਜਾਂਦਾ, ਕਿਉਂਕਿ ਉਹਨਾਂ ਦੇ ਨੇਤਰਾਂ 'ਚ ਇਹੋ ਜਿਹੀ ਪ੍ਰਮਾਤਮਾ ਨੇ ਕੁਦਰਤੀ ਤੌਰ ਤੇ ਖੇਡ ਬਣਾਈ ਵੀ ਜਦੋਂ ਸੂਰਜ ਚੜ੍ਹਨਾ ਉਹਨਾਂ ਨੇ ਅੰਨੇ ਹੋ ਜਾਣਾ ਤੇ ਉਹਨਾਂ ਲਈ ਹਨੇਰਾ ਪੈ ਜਾਂਦਾ। ਪਰ ਹਨੇਰਾ ਹੁੰਦਾ ਤਾਂ ਨਹੀਂ ਉਦੋਂ, ਉਹਨਾਂ ਦੇ ਆਪਣੀ ਅਵਿਦਿਆ ਕਰਕੇ, ਆਪਣੇ ਤਮ ਕਰਕੇ ਹਨੇਰਾ ਦਿਸ ਰਿਹਾ ਉਹਨਾਂ ਨੂੰ। ਦਿਨ ਦੇ ਵਿੱਚ ਉਹਨਾਂ ਨੇ ਹਨੇਰੇ ਦੀ ਕਲਪਨਾ ਕਰ ਲਈ, ਹਾਲਾਂਕਿ ਹਨੇਰਾ ਨਹੀਂ ਹੈ। ਇਨ ਬਿਨ ਜਿਹੜੇ ਉੱਲੂਆਂ ਦੇ ਸਮਾਨ ਅਗਿਆਨੀ ਮਨੁੱਖ ਨੇ, ਗਿਆਨ ਵਿਹੂਣੇ, ਉਹ ਪ੍ਰਮਾਤਮਾ ਜੋ ਦਿਨ ਦੇ ਸਮਾਨ ਚਾਨਣੇ ਵਾਲਾ ਹੈ, ਉਹਦੇ ਵਿੱਚ ਕਲਪਨਾ ਕਰ ਲੈਂਦੇ ਨੇ ਇਸ ਸੰਸਾਰ ਦੀ ਵੀ ਇਹ ਸੰਸਾਰ ਹੈ, ਪਰ ਅਸਲ ਵਿੱਚ ਹੈ ਨਹੀਂ, ਵੀ ਇਹ ਜੀਵ ਉਸ ਪ੍ਰਮਾਤਮਾ ਤੋਂ ਵੱਖਰਾ ਹੈ।
ਇਹ ਕਲਪਨਾ ਕਰ ਲਈ, ਜਿਵੇਂ ਉੱਲੂਆਂ ਨੇ ਕਲਪਨਾ ਕਰ ਲਈ ਦਿਨ ਦੇ ਸਮੇਂ ਸੂਰਜ ਵਿੱਚ ਹਨੇਰਾ ਹੈ। ਏਦਾਂ ਅਗਿਆਨੀਆਂ ਨੇ ਅਗਿਆਨ ਵਸ ਹੋ ਕੇ ਪਰਮਾਤਮਾ ਵਿੱਚ ਕਲਪਨਾ ਕਰ ਲਈ ਵੀ ਜੀਵ ਨੇ, ਅਸਲ ਵਿੱਚ ਜੀਵ ਹੈ ਹੀ ਨਹੀਂ। ਜੋ ਇੱਥੇ ਬਚਨ ਆਇਆ ਉਸਨ ਅਸੀਤ, ਸੂਖਸ਼ਮ ਤੇ ਸਥੂਲ ਜਿਤਨੇ ਵੀ ਜੀਵ ਨੇ, ਉਸਨ ਦਾ ਅਰਥ ਕਰਾਂਗੇ ਸੂਖਸ਼ਮ, ਸੀਤ ਦਾ ਅਰਥ ਕਰਾਂਗੇ ਸਥੂਲ। ਸੂਖਸ਼ਮ ਤੇ ਸਥੂਲ ਜਿਤਨੇ ਵੀ ਜੀਵ ਨੇ, ਇਹਨਾਂ ਸਾਰਿਆਂ ਵਿੱਚੋਂ ਆਪ ਵਿਧਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ। ਤਾਕੀ ਗਤ ਮਿਤ ਅਵਰ ਨਾ ਜਾਣੈ, ਗੁਰ ਬਿਨਾ ਸਮਝ ਨਾ ਹੋਈ। ਉਸ ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਗਤ ਮਿਤ ਮਰਿਆਦਾ ਹੈ ਉਹ ਕੋਈ ਨਹੀਂ ਜਾਣਦਾ। ਅਵਰ ਨਾ ਜਾਣੈ, ਕੋਈ ਹੋਰ ਨਹੀਂ ਜਾਣਦਾ। ਉਹਦੀ ਗਤ ਮਿਤ ਦੀ ਖੇਡ ਗੁਰੂ ਤੋਂ ਬਿਨਾਂ ਸਮਝ ਨਹੀਂ ਪੈ ਸਕਦੀ, ਗੁਰ ਬਿਨ ਸਮਝ ਨਾ ਹੋਈ। ਪਰਮਾਤਮਾ ਦੀ ਖੇਡ ਨੂੰ ਜੇ ਅਸੀਂ ਆਪ ਜਾਣਨਾ ਚਾਹਾਂਗੇ ਨਹੀਂ ਜਾਣ ਸਕਦੇ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਸਭ ਕੁਝ ਸੰਭਵ ਨਹੀਂ ਹੋਣਾ। ਗੁਰ ਬਿਨ ਸਮਝ ਨਾ ਹੋਈ, ਗੁਰ ਬਿਨ ਸਮਝ ਨਾ ਹੋਈ, ਗੁਰ ਬਿਨ ਸਮਝ ਨਾ ਹੋਈ, ਗੁਰ ਬਿਨ ਸਮਝ ਨਾ ਹੋਈ। ਗੁਰ ਬਿਨ ਸਮਝ ਨਾ ਹੋਈ, ਗੁਰ ਬਿਨ ਸਮਝ ਨਾ ਹੋਈ, ਗੁਰ ਬਿਨ ਸਮਝ ਨਾ ਹੋਈ, ਗੁਰ ਬਿਨ ਸਮਝ ਨਾ ਹੋਈ। ਗੁਰੂ ਬਿਨਾ ਸਮਝ ਨਹੀਂ ਆਉਣੀ, ਗੁਰੂ ਬਿਨਾ ਮਤ ਨਹੀਂ ਆਉਣੀ, ਗੁਰੂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ। ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੂਝੋ ਬ੍ਰਹਮ ਗਿਆਨੀ। ਖੇਡ ਵੇਖੋ ਵਿਧਾਤੇ ਦੀ ਕਿ ਮਰਦ ਵਿੱਚ ਇਸਤਰੀ ਦਾ ਭਾਵ ਹੈ ਤੇ ਇਸਤਰੀ ਵਿੱਚ ਮਰਦ ਦਾ ਭਾਵ, ਦੋਵੇਂ ਇੱਕ ਦੂਜੇ ਵਿੱਚ ਮਿਲੇ ਹੋਏ ਹੈ। ਪੁਰਖ ਦੀ ਇਸਤਰੀ ਵੱਲ ਖਿੱਚ ਬਣੀ ਰਹਿੰਦੀ ਹੈ ਤੇ ਇਸਤਰੀ ਦੀ ਪੁਰਖ ਵੱਲ ਖਿੱਚ ਬਣੀ ਰਹਿੰਦੀ ਹੈ। ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਦੋਨਾਂ ਵਿੱਚ। ਇਸੇ ਕਰਕੇ ਕਈ ਵੇਰ ਬਹੁਤ ਸਾਰੀਆਂ ਆਦਤਾਂ ਪੁਰਖਾਂ ਵਿੱਚ ਇਸਤਰੀਆਂ ਵਾਲੀਆਂ ਵੇਖਣ ਨੂੰ ਨਜ਼ਰ ਆਉਂਦੀਆਂ ਨੇ ਤੇ ਇਸਤਰੀਆਂ ਵਿੱਚ ਬਹੁਤ ਸਾਰੀਆਂ ਆਦਤਾਂ ਪੁਰਖਾਂ ਵਾਲੀਆਂ ਵੇਖਣ ਵਿੱਚ ਆਉਂਦੀਆਂ ਨੇ। ਦੋਨਾਂ ਵਿੱਚ ਭਾਵ ਇੱਕ ਦੂਜੇ ਦਾ ਮਿਲਿਆ ਹੋਇਆ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪੁਰਖ ਹੈ ਔਰ ਉਹਦੀ ਜਿਹੜੀ ਮਾਇਆ ਹੈ ਉਹ ਨਾਰ ਹੈ, ਇਸਤਰੀ ਹੈ। ਪਰਮੇਸ਼ਰ ਮਾਇਆ ਵਿੱਚ ਵਰਤ ਰਿਹਾ, ਮਾਇਆ ਪਰਮੇਸ਼ਰ ਵਿੱਚ ਵਰਤ ਰਹੀ ਹੈ। ਦੋਨੇ ਇੱਕ ਦੂਜੇ ਵਿੱਚ ਮਿਲੇ ਹੋਏ ਹੈ। ਮਾਇਆ ਪਰਮਾਤਮਾ ਦੀ ਪਰਮੇਸ਼ਰ ਤੋਂ ਵੱਖਰੀ ਨਹੀਂ ਹੈ, ਉਸੇ 'ਚ ਮਿਲੀ ਹੋਈ ਹੈ। ਪਾਤਸ਼ਾਹ ਕਹਿੰਦੇ ਜੇ ਇਸ ਗੱਲ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਇਹ ਕਿਵੇਂ ਹੈ ਸਾਰੀ ਖੇਡ, ਤਾਂ ਫਿਰ ਬੁੱਝੋ ਬ੍ਰਹਮ ਗਿਆਨੀ, ਕਿਸੇ ਬ੍ਰਹਮ ਗਿਆਨੀ ਤਤਵ ਗਿਆਨੀ ਮਹਾਂਪੁਰਸ਼ ਨੂੰ ਜਾ ਕੇ ਪੁੱਛੋ, ਤੁਹਾਨੂੰ ਦੱਸੇਗਾ ਕਿ ਮਾਇਆ ਪੁਰਖ ਵਿੱਚ ਕਿਵੇਂ ਮਿਲੀ ਹੈ ਤੇ ਪੁਰਖ ਮਾਇਆ ਵਿੱਚ ਕਿਵੇਂ ਮਿਲਿਆ ਹੋਇਆ। ਜਿਵੇਂ ਲੋਹੇ ਦਾ ਟੁਕੜਾ ਅੱਗ ਵਿੱਚ ਮਿਲਿਆ ਹੋਇਆ ਲਾਲ ਹੋ ਜਾਂਦਾ ਹੈ, ਅੱਗ ਵਿੱਚ ਮਿਲ ਕੇ ਹੀ ਲਾਲ ਹੈ ਨਾ, ਅੱਗ ਤੋਂ ਵੱਖਰਾ ਹੋ ਕੇ ਨਹੀਂ ਉਹਦੀ ਕੋਈ ਹਸਤੀ। ਇਸੇ ਤਰ੍ਹਾਂ ਇਹ ਮਾਇਆ ਵਿੱਚ ਪਰਮਾਤਮਾ ਦੀ ਚੇਤਨਾ ਹੈ ਔਰ ਇਹ ਮਾਇਆ ਪਰਮਾਤਮਾ ਦੀ ਚੇਤਨਾ ਲੈ ਕੇ ਪਰਮਾਤਮਾ ਨੂੰ ਹੀ ਢੱਕ ਲੈਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਵੇਂ? ਆਪਾਂ ਕੋਈ ਮਕਾਨ ਬਣਾਉਣਾ ਹੋਵੇ ਤੇ ਕਿੱਥੇ ਬਣਾਵਾਂਗੇ? ਖੁੱਲਾ ਆਕਾਸ਼ ਹੋਵੇਗਾ, ਉਹਦੇ 'ਚ ਬਣੇਗਾ ਨਾ। ਥੱਲੇ ਜ਼ਮੀਨ ਹੋਵੇ, ਉੱਤੇ ਆਕਾਸ਼ ਹੋਵੇਗਾ ਤੇ ਮਕਾਨ ਬਣੇਗਾ ਨਾ। ਕਮਰਾ ਬਣਾਉਣਾ ਇੱਕ ਬਣਾ ਲਿਆ, ਹੁਣ ਉਹ ਆਕਾਸ਼ ਕਰਕੇ ਕਮਰਾ ਬਣਿਆ। ਜੇ ਆਕਾਸ਼ ਨਾ ਹੋਵੇ ਤੇ ਕਮਰਾ ਨਹੀਂ ਬਣ ਸਕਦਾ। ਜੇ ਉੱਪਰ ਨੂੰ ਖੁੱਲੀ ਥਾਂ ਹੀ ਨਾ ਹੋਵੇ, ਕਮਰਾ ਤਾਂ ਨਹੀਂ ਬਣ ਸਕਦਾ ਉੱਥੇ। ਆਕਾਸ਼ ਕਰਕੇ ਬਣਿਆ ਨਾ, ਆਕਾਸ਼ ਕਰਕੇ ਬਣਿਆ, ਪਰ ਉਹਦੇ ਵਿੱਚ ਜਿਹੜਾ ਕਮਰੇ ਵਿੱਚ ਖਾਲੀ ਆਕਾਸ਼ ਹੈ, ਆਕਾਸ਼ ਕਰਕੇ ਬਣਿਆ ਤੇ ਮੁੜ ਕੇ ਆਕਾਸ਼ ਨੂੰ ਆਪਣੇ ਅੰਦਰ ਢੱਕ ਲੈਂਦਾ।
ਉਹ ਜਿਹੜਾ ਆਕਾਸ਼ ਕਰਕੇ ਪੈਦਾ ਹੋਇਆ, ਆਕਾਸ਼ ਨੂੰ ਹੀ ਉਹਨੇ ਵਿੱਚ ਢੱਕ ਲਿਆ। ਏਦਾਂ ਮਾਇਆ ਪਰਮਾਤਮਾ ਕਰਕੇ ਪੈਦਾ ਹੋਈ, ਫਿਰ ਇਸ ਮਾਇਆ ਨੇ ਮੁੜ ਕੇ ਪਰਮਾਤਮਾ ਨੂੰ ਹੀ ਢੱਕ ਲਿਆ, ਈਸ਼ਵਰ ਨੂੰ ਹੀ ਢੱਕ ਲਿਆ। ਪਰ ਜਦੋਂ ਕੋਈ ਇਸ ਮਾਇਆ ਦੇ ਕੋਠੇ ਨੂੰ ਤੋੜ ਦੇਵੇ ਤੇ ਫਿਰ ਪਿੱਛੇ ਕੇਵਲ ਬ੍ਰਹਮ ਰੂਪ ਹੀ ਬਾਕੀ ਬਚਦਾ ਹੈ। ਇਸ ਕਰਕੇ ਇੱਥੇ ਕਹਿ ਰਹੇ ਨੇ ਪੁਰਖ ਵਿੱਚ ਨਾਰ ਹੈ, ਨਾਰ ਵਿੱਚ ਪੁਰਖ ਹੈ। ਇਹ ਗੱਲ ਪੁੱਛਣੀ ਹੈ ਤਾਂ ਕਿਸੇ ਬ੍ਰਹਮ ਗਿਆਨੀ ਮਹਾਪੁਰਸ਼ ਨੂੰ ਪੁੱਛੋ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਪਾਤਸ਼ਾਹ ਕਹਿੰਦੇ ਜਦੋਂ ਕਿਸੇ ਬ੍ਰਹਮ ਗਿਆਨੀ ਨੂੰ ਪੁੱਛੋਗੇ, ਉਹ ਜੋ ਬੋਲੇਗਾ, ਉਹਦੀ ਜਿਹੜੀ ਧੁਨੀ ਹੋਏਗੀ ਮੁਖ ਤੋਂ, ਜਿਹੜੇ ਉਹ ਸ਼ਬਦ ਕਹੇਗਾ, ਕਹਿੰਦੇ ਉਹਦੇ ਵਿੱਚ ਆਪਣਾ ਧਿਆਨ ਜੋੜਿਓ ਪੂਰਾ ਵੀ ਉਹ ਕੀ ਕਹਿ ਰਿਹਾ। ਧੁਨ ਮਹਿ ਧਿਆਨ, ਜਦੋਂ ਉਹਨਾਂ ਦੇ ਸ਼ਬਦਾਂ ਵਿੱਚ, ਉਹਨਾਂ ਦੀ ਬਾਣੀ ਵਿੱਚ ਤੁਹਾਡਾ ਧਿਆਨ ਜੁੜੇਗਾ, ਕਬੀਰ ਜੀ ਦੀ ਬਾਣੀ ਚ, ਰਵਿਦਾਸ ਜੀ ਦੀ ਬਾਣੀ ਚ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹ ਬ੍ਰਹਮ ਵਿਚਾਰ ਹੈ ਨਾ ਸਾਰੀ। ਇਸ ਧੁਨ ਵਿੱਚ ਆਪਣਾ ਧਿਆਨ ਜੋੜੋਗੇ ਤਾਂ ਫਿਰ ਉਸ ਧਿਆਨ ਦੀ ਇਕਾਗਰਤਾ ਵਿੱਚ ਤੁਸੀਂ ਇਸ ਗੱਲ ਨੂੰ ਸਮਝੋਗੇ, ਜਾਣੋਗੇ ਕਿ ਕਿਵੇਂ ਪੁਰਖ ਵਿੱਚ ਨਾਰ ਤੇ ਨਾਰ ਵਿੱਚ ਪੁਰਖ ਮਿਲਿਆ ਹੋਇਆ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰਮੁਖਾਂ ਵੱਲੋਂ ਜਿਹੜੀ ਇਹ ਕਹਾਣੀ ਕਹੀ ਗਈ ਹੈ ਨਾ ਨਿਰੰਕਾਰ ਦੀ, ਇਹ ਕਥਨ ਤੋਂ ਪਰੇ ਹੈ, ਇਹ ਅਕਥ ਹੈ। ਸਾਧਕ ਇਹ ਕਹਿੰਦੇ ਹੈ ਕਿ ਜਦੋਂ ਤੁਸੀਂ ਗੁਰਮੰਤਰ ਦਾ ਅਭਿਆਸ ਕਰਨਾ ਹੈ ਤਾਂ ਗੁਰਮੰਤਰ ਦੀ ਧੁਨ ਵਿੱਚ ਆਪਣਾ ਧਿਆਨ ਜੋੜਨਾ ਹੈ। ਇਤਨੀ ਕੁ ਆਵਾਜ਼ ਹੋਵੇ ਸ਼ਬਦ ਦੀ ਕਿ ਤੁਹਾਡੇ ਆਪਣੇ ਕੰਨਾਂ ਤੱਕ ਹੀ ਸੀਮਤ ਰਹੇ, ਔਰ ਉਹਦੇ ਵਿੱਚ ਵਾਹਿਗੁਰੂ ਦੀ ਧੁਨ ਵਿੱਚ ਆਪਣਾ ਧਿਆਨ ਜੋੜੋਗੇ, ਫਿਰ ਉਸ ਧਿਆਨ ਵਿੱਚ ਆਪਣੇ ਆਪੇ ਨੂੰ ਜਾਣੋਗੇ ਵੀ ਤੁਹਾਡੀ ਹਸਤੀ, ਤੁਹਾਡਾ ਵਜੂਦ ਕੀ ਹੈ। ਜਦੋਂ ਤੱਕ ਧੁਨ 'ਚ ਧਿਆਨ ਨਹੀਂ ਜੁੜਦਾ, ਉਦੋਂ ਤੱਕ ਧਿਆਨ ਇਕਾਗਰ ਨਹੀਂ ਹੁੰਦਾ, ਤੇ ਜਦੋਂ ਤੱਕ ਧਿਆਨ ਦੀ ਇਕਾਗਰਤਾ ਨਹੀਂ ਬਣੇਗੀ, ਉਤਨੀ ਦੇਰ ਤੱਕ ਆਤਮਾ ਦਾ ਸਾਖਸ਼ਾਤਕਾਰ ਨਹੀਂ ਹੋਵੇਗਾ। ਹਾਂਜੀ। ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ। ਜਿਨ੍ਹਾਂ ਮਹਾਂਪੁਰਸ਼ਾਂ ਦਾ ਮਨ ਪ੍ਰਮਾਤਮਾ ਦੀ ਜੋਤ ਵਿੱਚ ਹੈ, ਔਰ ਪ੍ਰਮਾਤਮਾ ਦੀ ਜੋਤ ਉਹਨਾਂ ਦੇ ਮਨ ਵਿੱਚ ਹੈ, ਯਾਨੀ ਕਿ ਇੱਕ ਮਿਕ ਹੋ ਗਏ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਐਸੀ ਅਵਸਥਾ ਨੂੰ ਪੁੱਜ ਗਏ। ਉਹ ਪੰਚ ਹੋ ਗਏ, ਪੰਚ ਯਾਨੀ ਕਿ ਸ੍ਰੇਸ਼ਟ ਹੋ ਗਏ। ਹੇ ਭਾਈ, ਜਦੋਂ ਉਹਨਾਂ ਨੂੰ ਮਿਲਣਾ ਤਾਂ ਗੁਰੂ ਭਾਵ ਕਰਕੇ ਮਿਲਣਾ ਵੀ ਇਹ ਮੇਰੇ ਸਾਹਿਬ ਦੇ ਪਿਆਰੇ ਨੇ, ਰੱਬ ਦੇ ਵਿੱਚ ਮਿਲੇ ਹੋਏ ਨੇ। ਨਾਨਕ ਤਿਨ ਕੈ ਸਦ ਬਲਿਹਾਰੀ, ਜਿਨਾ ਏਕ ਸ਼ਬਦ ਲਿਵ ਲਾਈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਦੇ ਸ਼ਬਦ ਨਾਲ ਆਪਣੀ ਲਿਵ ਲਾਈ ਹੈ ਨਾ, ਐਸੇ ਨਾਮ ਜਪਣ ਵਾਲੇ ਗੁਰਮੁਖਾਂ ਤੋਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸਦਾ ਹੀ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਸਦਾ ਹੀ ਵਾਰੇ-ਵਾਰੇ ਜਾਵਾਂ, ਕੁਰਬਾਨ ਜਾਵਾਂ, ਜਿਹੜੇ ਉਸ ਇੱਕ ਅਕਾਲ ਪੁਰਖ ਦੇ ਸ਼ਬਦ ਨਾਲ ਆਪਣੀ ਲਿਵ ਲਾ ਕੇ ਰੱਖਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।